ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ, ਤੇਰੀ ਉਸਤਤ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ ਹੈ, ਪ੍ਰਭੂਆਂ ਦਾ ਪ੍ਰਭੂ, ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵਗਿਆ ਪਰਮੇਸ਼ਰ ਹੈ। ਤੂੰ ਸਾਡੇ ਲਈ ਸਭ ਗੱਲਾਂ ਭਲਾਈ ਦੇ ਨਾਲ ਪ੍ਰਗਟ ਕਰਦਾ ਹੈ ਅਤੇ ਨਿਤ ਪ੍ਰਤੀ ਦਿਨ ਤੇਰੀ ਜਿਉਂਦੀ ਆਸ ਦੇ ਵਿੱਚ ਆਪ ਦੇ ਵਚਨ ਦੇ ਨਾਲ ਸਾਨੂੰ ਦਲੇਰੀ ਦਿੰਦਾ ਹੈ ਅਤੇ ਆਪ ਦਾ ਜੀਵਨ ਜੀਣ ਦੇ ਲਈ ਸਾਡੀ ਮਦਦ ਕਰਦਾ ਹੈ। ਇਸ ਲਈ ਅਸੀਂ ਤੇਰੇ ਵਚਨ ਦੇ ਨਿਮਿਤ ਤੇਰਾ ਧੰਨਵਾਦ ਕਰਦੇ ਹਾਂ ਔਰ ਤੇਰੇ ਨਾਮ ਦੀ ਵਡਿਆਈ ਕਰਦੇ ਹਾਂ। ਸਾਨੂੰ ਆਪ ਦੇ ਵਚਨ ਦੇ ਅਨੁਸਾਰ ਆਪ ਦਾ ਜੀਵਨ ਜੀਣ ਦੇ ਲਈ ਆਪਣਾ ਬਲ ਦੇ। ਇਸ ਵਚਨ ਨੂੰ ਜੋ ਅਸੀਂ ਹੁਣ ਪੜ੍ਹਨ ਜਾ ਰਹੇ ਹਾਂ, ਇਸ ਦੇ ਵਿੱਚ ਸੁਣਨ ਵਾਲੇ ਨੂੰ ਅਤੇ ਬੋਲਣ ਵਾਲੇ ਨੂੰ ਦੋਨਾਂ ਨੂੰ ਆਪਣੀ ਤੌਫੀਕ ਦੇ ਕੇ ਆਪਣੇ ਰਾਜ ਵਿੱਚ ਵਧਣ ਦਾ ਬਲ ਦੇ। ਸਾਰਾ ਆਦਰ ਮਾਣ ਆਪ ਨੂੰ ਦਿੰਦੇ ਹੋਏ ਬੇਨਤੀ ਮਸੀਹ ਯਸੂ ਦੇ ਪਵਿੱਤਰ ਤੇ ਸਮਰਥੀ ਨਾਮ ਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਮੈਂ ਵਚਨ ਲਿਆ ਹੈ ਉਹ ਲਿਆ ਹੈ ਇਬਰਾਨੀਆਂ ਦੀ ਪੁਸਤਕ 12 ਅਧਿਆਏ ਉਸ ਦੀ 5 ਆਇਤ ਦੇ ਵਿੱਚੋਂ। ਇੱਥੇ ਲਿਖਿਆ ਹੈ, ਅਤੇ ਤੁਸੀਂ ਉਸ ਉਪਦੇਸ਼ ਨੂੰ ਭੁੱਲ ਗਏ ਹੋ ਜਿਸ ਤੋਂ ਤੁਹਾਨੂੰ ਪੁੱਤਰਾਂ ਵਾਂਗ ਸਮਝਾਈਦਾ ਹੈ। ਹੇ ਮੇਰੇ ਪੁੱਤਰ, ਤੂੰ ਪ੍ਰਭੂ ਦੀ ਤਾੜ ਨੂੰ ਤੁੱਛ ਨਾ ਜਾਣ ਅਤੇ ਜਾਂ ਤੈਨੂੰ ਝਿੜਕੇ ਤਾਂ ਅੱਕ ਨਾ ਜਾਵੀਂ। ਇਸ ਦਾ ਜੋ ਸਬਜੈਕਟ ਹੈ ਉਹ ਹੈ ਪ੍ਰਭੂ ਦੀ ਤਾੜ। ਮੈਂ ਸਮਝਦਾ ਹਾਂ ਕਿ ਇਹ ਜੋ ਸ਼ਬਦ ਹੈ ਇਹ ਪੌਲਸ ਰਸੂਲ ਦੀ ਲਿਖੀ ਹੋਈ ਸ਼ੈਲੀ ਦੇ ਵਿੱਚੋਂ ਹੈ, ਜੋ ਇਬਰਾਨੀਆਂ ਦੀ ਪੁਸਤਕ ਦੇ ਵਿੱਚ ਹੈ। ਔਰ ਇਸ ਵਿੱਚ ਉਹ ਆਪਣੀਆਂ ਪੱਤਰੀਆਂ ਦੇ ਵਿੱਚ ਕਈ ਜਗ੍ਹਾ ਦੇ ਉੱਤੇ, ਕਈ ਸਥਾਨਾਂ ਦੇ ਵਿੱਚ ਉਹ ਝਿੜਕਦਾ ਹੋਇਆ ਨਜ਼ਰ ਆਉਂਦਾ ਹੈ। ਔਰ ਇਸ ਜਗ੍ਹਾ ਦੇ ਉੱਤੇ ਮੈਂ ਆਪ ਨੂੰ ਦੱਸ ਦੇਣਾ ਚਾਹੁੰਦਾ ਹਾਂ, ਸ਼ਬਦ ਜਿਹੜਾ ਤਾੜ ਹੈ ਉਹ ਯੂਨਾਨੀ ਭਾਸ਼ਾ ਦੇ ਪੈਡੀਆ ਸ਼ਬਦ ਤੋਂ ਆਇਆ ਹੈ। ਇਸ ਦਾ ਅਨੁਵਾਦ ਕੀਤਾ ਗਿਆ ਭਾਵ ਝੜਕਦਾ। ਤਾੜ ਦਾ ਮਤਲਬ ਝੜਕਦਾ, ਜਾਂ ਅਸੀਂ ਉਹਨੂੰ ਕਹਿ ਸਕਦੇ ਹਾਂ ਸੁਧਾਰਦਾ। ਪਰ ਇਸ ਤੋਂ ਅੱਗੇ ਵੀ ਇੱਕ ਸ਼ਬਦ ਆਉਂਦਾ ਹੈ, ਉਹ ਸ਼ਬਦ ਹੈ ਸਿਖਾਉਣਾ ਜਾਂ ਅਗਵਾਈ ਜਾਂ ਨਿਰਦੇਸ਼ ਕਰਨਾ ਹੈ। ਕਈ ਵਾਰ ਆਰਮੀ ਦੇ ਵਿੱਚ ਜਦੋਂ ਪਰੇਡ ਹੁੰਦੀ ਹੈ ਜਾਂ ਕੋਈ ਗਲਤ ਗੱਲ ਹੋ ਜਾਂਦੀ ਹੈ ਜਾਂ ਇੱਕ ਕਦਮ ਦੀ ਤਾਲ ਵੀ ਗਲਤ ਹੋ ਜਾਂਦੀ ਹੈ, ਤਾਂ ਜਿਹੜਾ ਕਮਾਂਡਰ ਹੈ ਜਾਂ ਜਿਹੜਾ ਕੈਪਟਨ ਹੈ ਉਹ ਉਸ ਨੂੰ ਤਾੜਦਾ ਹੈ ਕਿ ਉਹ ਸਿੱਧੇ ਤਰੀਕੇ ਦੇ ਨਾਲ ਚੱਲੇ ਅਤੇ ਉਹ ਬਰਾਬਰ ਉਹਨਾਂ ਸਿਪਾਹੀਆਂ ਦੀ ਲਾਈਨ ਦੇ ਵਿੱਚ, ਉਹਨਾਂ ਸਿਪਾਹੀਆਂ ਦੇ ਕਦਮ ਦੀ ਤਾਲ ਦੇ ਨਾਲ ਬਰਾਬਰ ਤੋਂ ਬਰਾਬਰ ਚੱਲੇ। ਇਹ ਇੱਕ ਬਹੁਤ ਵੱਡਾ ਸਾਡੇ ਲਈ ਸਾਈਨ ਅਤੇ ਚਿੰਨ੍ਹ ਹੈ। ਪੌਲਸ ਕੁਝ ਇੱਥੇ ਇਹੋ ਜਿਹੀ ਗੱਲ ਕਰ ਰਿਹਾ ਜਦੋਂ ਉਹ ਕਹਿੰਦਾ ਹੈ, ਤੁਸੀਂ ਉਸ ਉਪਦੇਸ਼ ਨੂੰ ਭੁੱਲ ਗਏ ਹੋ। ਉਪਦੇਸ਼ ਕੀ ਹੈ? ਉਪਦੇਸ਼ ਇੱਕੋ ਹੀ ਹੈ ਕਿ ਪਰਮੇਸ਼ਵਰ ਨੇ ਮੈਨੂੰ ਅਤੇ ਆਪ ਨੂੰ ਚੁਣ ਲਿਆ। ਉਹ ਉਪਦੇਸ਼ ਹੈ ਕਿ ਅਸੀਂ ਜੋ ਪਾਪੀ ਸੇ, ਅਸੀਂ ਜੋ ਪਰਮੇਸ਼ਰ ਦੇ ਵਿਰੋਧੀ ਸੇ, ਅਸੀਂ ਜੋ ਪਰਮੇਸ਼ਰ ਦਾ ਵਿਰੋਧ ਕਰਨ ਵਾਲੇ ਲੋਕ ਸੇ, ਸਾਨੂੰ ਪਰਮੇਸ਼ਰ ਦੇ ਨੇੜੇ ਲਿਆਉਣ ਦੇ ਲਈ ਪਰਮੇਸ਼ਰ ਪੁੱਤਰ ਦਾ ਜੀਵਨ ਸਾਡੇ ਲਈ ਦਿੱਤਾ ਗਿਆ। ਉਪਦੇਸ਼ ਇਹ ਹੈ ਕਿ ਮੈਂ ਆਪਣੇ ਜੀਵਨ ਤੋਂ ਜਾਣ ਲਵਾਂ, ਆਈ ਐਮ ਦਾ ਸਿਨਰ, ਮੈਂ ਪਾਪੀ ਹਾਂ। ਉਪਦੇਸ਼ ਇਹ ਹੈ ਕਿ ਪਰਮੇਸ਼ਰ ਪਵਿੱਤਰ ਹੈ। ਉਪਦੇਸ਼ ਇਹ ਹੈ ਕਿ ਪਰਮੇਸ਼ਰ ਸੱਚਾ ਹੈ। ਉਪਦੇਸ਼ ਇਹ ਹੈ ਕਿ ਪਰਮੇਸ਼ਰ ਪਿਆਰ ਕਰਨ ਵਾਲਾ ਹੈ। ਪਰ ਜਿਸ ਪਰਮੇਸ਼ਰ ਨੇ ਮੈਨੂੰ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਬਚਾਇਆ ਹੈ, ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਮੈਨੂੰ ਮੁਕਤੀ ਦਿੱਤੀ ਹੈ, ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਸ਼ਾਂਤੀ ਦਿੱਤੀ ਹੈ, ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਉਸ ਨੇ ਮੈਨੂੰ ਸੱਚਾ ਆਨੰਦ ਦਿੱਤਾ ਹੈ,
ਮੈਂ ਉਹਨਾਂ ਗੱਲਾਂ ਦੇ ਵਿੱਚ ਹੋ ਕੇ ਸੰਸਾਰ ਦੇ ਭਾਵਨਾਤਮਕ ਤਰੀਕੇ ਦੇ ਵਿੱਚ ਚੱਲਾਂ ਤਾਂ ਪਰਮੇਸ਼ਵਰ ਦੀ ਤਾੜ ਮੇਰੇ ਜੀਵਨ ਵਿੱਚ ਹੈ। ਚੱਲਦੇ ਹੋਏ ਉਸ ਚੀਜ਼ ਨੂੰ ਭੁੱਲਣਾ। ਪਰਮੇਸ਼ਵਰ ਨਹੀਂ ਚਾਹੁੰਦਾ ਹੈ ਕਿ ਮੈਂ ਇਸ ਸੰਸਾਰ ਦੇ ਸਦ੍ਰਿਸ਼ ਹੋ ਕੇ ਚੱਲਾਂ ਜਿਸ ਦੇ ਨਾਲ ਪਰਮੇਸ਼ਵਰ ਦਾ ਕ੍ਰੋਧ ਮੇਰੇ ਜੀਵਨ ਦੇ ਵਿੱਚ ਮੇਰੇ ਉੱਤੇ ਆਵੇ। ਮੈਂ ਆਪ ਨੂੰ ਕੁਝ ਗੱਲਾਂ ਇਸ ਦੇ ਵਿੱਚ ਦੱਸਣਾ ਚਾਹੁੰਦਾ ਹਾਂ ਜੋ ਇਸ ਤਾੜ ਨੂੰ ਆਪਣਾ ਦੱਸਦਾ ਹੈ। ਉਪਦੇਸ਼ ਦੇ ਮੁਤਲਕ ਮੇਰੇ ਨਾਲ ਤੁਸੀਂ ਪੜ੍ਹ ਸਕਦੇ ਹੋ ਕਹਾਵਤਾਂ ਦੀ ਪੁਸਤਕ, ਉਸ ਦਾ 3 ਅਧਿਆਏ ਔਰ ਉਸ ਦੀ 1 ਆਇਤ ਤੋਂ ਲੈ ਕੇ ਮੈਂ ਆਪ ਦੇ ਲਈ ਇਸ ਨੂੰ 12 ਆਇਤਾਂ ਤੱਕ ਦਾ ਕੁਝ ਖੰਡ ਦਿੱਤਾ ਗਿਆ ਹੈ। ਔਰ ਇਹ ਜਿਹੜੀ ਤਾੜ ਹੈ ਇਹ ਸਾਨੂੰ ਪਰਮੇਸ਼ਵਰ ਦੇ ਉੱਤੇ ਭਰੋਸਾ ਕਰਨਾ ਸਿਖਾਉਂਦੀ ਹੈ। ਪਹਿਲੀ ਗੱਲ ਸਿਖਲਾਈ ਦਿੰਦੀ ਹੈ, ਦੂਸਰੀ ਗੱਲ ਅਸੀਂ ਉਸ ਵਿੱਚ ਦੇਖਦੇ ਹਾਂ ਸਾਡੀ ਅਗਵਾਈ ਕਰਦੀ ਹੈ, ਤੀਸਰੀ ਗੱਲ ਸਾਨੂੰ ਨਿਰਦੇਸ਼ ਦਿੰਦੀ ਹੈ। ਤਾੜ, ਜੇ ਅਸੀਂ ਪਰਮੇਸ਼ਵਰ ਦੇ ਉਪਦੇਸ਼ ਨੂੰ ਭੁੱਲਦੇ ਹਾਂ ਤੇ ਇਹ ਗੱਲਾਂ ਸਾਡੇ ਜੀਵਨ ਦੇ ਵਿੱਚ ਲੈ ਕੇ ਆਉਂਦੇ। ਪਹਿਲੀ ਗੱਲ, ਜਦੋਂ ਅਸੀਂ ਇਸ ਗੱਲ ਨੂੰ ਦੇਖਦੇ ਹਾਂ, ਇਹਨਾਂ ਗੱਲਾਂ ਦੇ ਉੱਤੇ ਅਸੀਂ ਪਰਮੇਸ਼ਵਰ ਦੀ ਤਾੜ ਨੂੰ ਲੈ ਕੇ ਆਉਂਦੇ, ਤਾਂ ਇਹ ਤਾੜ ਮੈਨੂੰ ਪਰਮੇਸ਼ਵਰ ਦੇ ਵਚਨ ਦੇ ਉੱਤੇ ਭਰੋਸਾ ਕਰਨਾ ਸਿਖਾਉਂਦੀ ਹੈ। ਕੀ ਕਹਿੰਦਾ ਹੈ ਸੁਲੇਮਾਨ ਬਾਦਸ਼ਾਹ, ਜੋ ਇਸ ਦਾ ਲਿਖਣ ਵਾਲਾ ਹੈ, ਉਸਨੇ 3000 ਕਹਾਵਤਾਂ, ਮੁਹਾਵਰੇ ਲਿਖੇ ਹੈ। ਔਰ ਇਹਨਾਂ ਵਿੱਚੋਂ ਮੈਂ ਆਪ ਨੂੰ 3 ਜੋ ਹੈ ਉਸਦਾ, ਉਹਦੇ ਵਿੱਚ ਕਹਿੰਦਾ, ਹੇ ਮੇਰੇ ਪੁੱਤਰ ਤੂੰ ਮੇਰੀ ਤਾਲੀਮ ਨੂੰ ਨਾ ਭੁੱਲ। ਤਾਲੀਮ ਮਤਲਬ ਸਿੱਖਿਆ, ਜਿਸ ਦੇ ਬਾਰੇ ਮੈਂ ਦੱਸ ਚੁੱਕਾ ਹਾਂ। ਜਦੋਂ ਅਸੀਂ ਸਿੱਖਿਆ ਤੋਂ ਇੱਧਰ ਤੇ ਇੱਧਰ ਹੋ ਜਾਂਦੇ ਹਾਂ ਤਾਂ ਤਾੜਨਾ ਆਉਂਦੀ ਹੈ। ਜਿਹੜੇ ਸਾਡੇ ਘਰ ਦੇ ਵਿੱਚ ਬੱਚੇ ਹੈ ਜਾਂ ਕੋਈ ਗਲਤ ਕੰਮ ਕਰਦੇ ਹੈ, ਉਹ ਸੱਚਾਈ ਨੂੰ ਜਾਣਦੇ ਹੋਏ, ਤਾਂ ਅਸੀਂ ਕੀ ਕਰਦੇ ਹਾਂ? ਅਸੀਂ ਉਹਨਾਂ ਨਾਲ ਪ੍ਰੇਮ ਕਰਦੇ ਹਾਂ ਔਰ ਅਸੀਂ ਨਹੀਂ ਚਾਹੁੰਦੇ ਉਹ ਗਲਤ ਹੋਣ, ਇਸ ਕਰਕੇ ਅਸੀਂ ਉਹਨਾਂ ਨੂੰ ਤਾੜਦੇ ਹਾਂ। ਕਿਉਂ? ਕਿਉਂਕਿ ਉਹ ਮੌਤ ਦੇ ਰਸਤੇ ਦੇ ਉੱਤੇ ਨਾ ਜਾਣ। ਕਿਉਂਕਿ ਮੌਤ ਤੋਂ ਤਾਂ ਪਰਮੇਸ਼ਰ ਨੇ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਮੈਨੂੰ ਬਚਾਇਆ ਹੈ। ਜੇ ਮੈਂ ਫੇਰ ਉਸ ਮੌਤ ਦੇ ਰਸਤੇ ਦੇ ਵਿੱਚ ਜਾ ਰਿਹਾ ਹਾਂ ਤਾਂ ਪਰਮੇਸ਼ਰ ਮੇਰੀ ਤਾੜਨਾ ਕਰਦਾ ਹੈ, ਪਰ ਉਸ ਤਾੜਨਾ ਨੂੰ ਅਸੀਂ ਗੰਭੀਰਤਾਈ ਦੇ ਵਿੱਚ ਲੈਣਾ ਹੈ, ਉਸ ਤੋਂ ਅੱਕਣਾ ਨਹੀਂ। ਕਈ ਵਾਰ ਮੈਂ ਦੇਖਿਆ ਹੈ ਕਲੀਸਿਆ ਦੇ ਵਿੱਚ ਕਿਸੇ ਨੂੰ ਤਾੜਿਆ ਜਾਂਦਾ ਹੈ ਜਾਂ ਕਿਸੇ ਵੀ ਚਰਚ ਦੇ ਵਿੱਚ ਤਾੜਿਆ ਜਾਂਦਾ ਹੈ ਤਾਂ ਉਹ ਕੀ ਕਰਦੇ ਆ, ਉਸ ਚਰਚ ਨੂੰ ਛੱਡ ਕੇ ਦੂਸਰੇ ਚਰਚ ਚਲ ਜਾਂਦੇ ਅਤੇ ਉਹਨਾਂ ਦਾ ਜੀਵਨ, ਜਿਹੜੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਂਦੇ ਆ, ਨਰਕੀय ਬਣ ਜਾਂਦਾ ਹੈ। ਕਿਉਂ? ਕਿਉਂਕਿ ਉਹ ਸਿੱਖਿਆ ਦੇ ਉੱਤੇ ਟਿਕੇ ਹੋਏ ਨਹੀਂ ਹੈ। ਉਹ ਤਾੜਨਾ ਆਪਣੇ ਜੀਵਨ ਦੇ ਵਿੱਚ ਸੁਧਾਰਨ ਦੇ ਲਈ ਲੈਣਾ ਨਹੀਂ ਚਾਹੁੰਦੇ ਆ। ਪਰਮੇਸ਼ਵਰ ਦੇ ਨਿਰਦੇਸ਼ ਜਿਹੜੇ ਉਹ ਸਾਨੂੰ ਚਿੰਨ੍ਹ ਦਿੰਦਾ ਹੈ, ਚੇਤਾਵਨੀਆਂ ਦਿੰਦਾ, ਉਹ ਆਪਣੇ ਜੀਵਨ ਦੇ ਵਿੱਚ ਲੈਣਾ ਨਹੀਂ ਚਾਹੁੰਦੇ। ਉਹ ਪਰਮੇਸ਼ਵਰ ਦੀ ਅਗਵਾਈ ਨੂੰ ਆਪਣੇ ਜੀਵਨ ਦੇ ਵਿੱਚ ਅਡਾਪਟ ਨਹੀਂ ਕਰਨਾ ਚਾਹੁੰਦੇ। ਪਰ ਇੱਥੇ ਸੁਲੇਮਾਨ ਕਹਿੰਦਾ, ਹੇ ਮੇਰੇ ਪੁੱਤਰ ਮੇਰੀ ਤਾਲੀਮ ਨੂੰ ਨਾ ਭੁੱਲ। ਇੱਕ ਪਿਤਾ ਆਪਣੇ ਪੁੱਤਰ ਨੂੰ ਕਹਿ ਰਿਹਾ, ਮੇਰੀ ਸਿੱਖਿਆ ਨੂੰ ਨਾ ਭੁੱਲ। ਕਿਉਂ? ਕਿਉਂਕਿ ਪਰਮੇਸ਼ਵਰ ਦੀ ਸਿੱਖਿਆ ਸਾਨੂੰ ਜੀਵਨ ਦਿੰਦੀ ਹੈ। ਪਰਮੇਸ਼ਵਰ ਦੀ ਸਿੱਖਿਆ ਸਾਨੂੰ ਸਵਰਗ ਲੈ ਕੇ ਜਾਣ ਵਾਲੀ ਹੈ। ਪਰਮੇਸ਼ਵਰ ਦੀ ਸਿੱਖਿਆ ਮੇਰੇ ਜੀਵਨ ਦੇ ਵਿੱਚ ਪਰਮੇਸ਼ਵਰ ਦੇ ਨਾਲ ਇੱਕ ਪਵਿੱਤਰਤਾ ਦਾ ਮਿਲਾਪ ਹੈ ਕਿ ਅਸੀਂ ਉਸ ਸਿੱਖਿਆ ਨੂੰ, ਜਿਸ ਸਿੱਖਿਆ ਦੇ ਪ੍ਰਤੀ ਪਰਮੇਸ਼ਰ ਨੇ ਆਪਣੇ ਪਿਆਰੇ ਪੁੱਤਰ ਨੂੰ ਮੇਰੇ ਨਾਲ ਮਿਲਾਉਣ ਦੇ ਲਈ ਦੇ ਦਿੱਤਾ, ਜੇ ਮੈਂ ਉਸ ਨੂੰ ਭੁੱਲ ਰਿਹਾ ਹਾਂ, ਜੇ ਮੈਂ ਉਸ ਦੇ ਵਿੱਚ ਗਲਤ ਗੱਲਾਂ ਨੂੰ ਆਪਣੇ ਵਿੱਚ ਲੈ ਕੇ ਆ ਰਿਹਾ ਹਾਂ, ਗਲਤ ਚੀਜ਼ਾਂ ਦੇ ਨਾਲ ਮੈਂ ਆਪਣੇ ਜੀਵਨ ਨੂੰ ਮਸੀਹ ਦੇ ਵਿੱਚ ਬਤੀਤ ਕਰ ਰਿਹਾ, ਤਾਂ ਕੀ ਪਰਮੇਸ਼ਰ ਮੈਨੂੰ ਤਾੜੇਗਾ ਨਹੀਂ? ਜ਼ਰੂਰ। ਕਦੇ ਉਹ ਮੈਨੂੰ ਦੁੱਖ ਦੇ ਨਾਲ ਤਾੜਦਾ ਹੈ, ਕਦੇ ਉਹ ਮੇਰੇ ਜੀਵਨ ਦੇ ਵਿੱਚ ਸੰਕਟ ਦੇ ਨਾਲ ਮੈਨੂੰ ਤਾੜਦਾ ਹੈ, ਕਦੇ ਉਹ ਮੇਰੇ ਜੀਵਨ ਦੇ ਵਿੱਚ ਬਹੁਤ ਸਾਰੇ ਭੈਜਲਾਂ ਦੇ ਨਾਲ ਮੈਨੂੰ ਤਾੜਦਾ ਹੈ, ਕਦੇ ਉਹ ਮੈਨੂੰ ਆਪਣਾ ਮੇਰੇ ਭੈਣ ਭਰਾਵਾਂ ਦੇ ਰਾਹੀਂ ਮੈਨੂੰ ਤਾੜਦਾ ਹੈ, ਕਦੇ ਉਹ ਮੈਨੂੰ ਕਲੀਸਿਆ ਦੇ ਪਾਸਵਾਨ ਦੇ ਰਾਹੀਂ ਤਾੜਦਾ ਹੈ,
ਕਦੇ ਉਹ ਮੈਨੂੰ ਮੇਰੇ ਬਜ਼ੁਰਗਾਂ ਦੇ ਰਾਹੀਂ ਤਾੜਦਾ ਹੈ। ਪਰਮੇਸ਼ਰ ਦੀ ਤਾੜ ਮੈਨੂੰ ਸੁਧਾਰਨ ਦੇ ਲਈ ਆਉਂਦੀ ਹੈ, ਪਰ ਉਸ ਤੋਂ ਅੱਕਣਾ ਨਹੀਂ ਹੈ। ਜਿਹੜੇ ਲੋਕ ਪਰਮੇਸ਼ਰ ਦੀ ਤਾੜ ਨੂੰ ਨਿੰਦਾ ਦਾ ਕਾਰਨ ਮੰਨ ਲੈਂਦੇ ਆ, ਉਹਨਾਂ ਦੇ ਜੀਵਨ ਦੇ ਵਿੱਚੋਂ ਜੋ ਪਰਮੇਸ਼ਰ ਦੀ ਆਸ਼ੀਸ਼ ਤਾੜ ਦੇ ਨਾਲ ਆ ਰਹੀ ਹੈ, ਉਹ ਉਸ ਨੂੰ ਖੋ ਦਿੰਦੇ ਆ। ਮੇਰੇ ਪਿਆਰੇ ਅਸੀਸ, ਪਰਮੇਸ਼ਰ ਦੀ ਤਾੜ ਨੂੰ, ਪਰਮੇਸ਼ਰ ਦੇ ਝੜਕਣ ਨੂੰ ਕਦੇ ਆਪਣੇ ਜੀਵਨ ਦੇ ਵਿੱਚ ਨਿੰਦਾ ਜਾਂ ਸ਼ਰਮਿੰਦਗੀ ਦਾ ਕਾਰਨ ਨਾ ਸਮਝੋ। ਉਸ ਤੋਂ ਸਿੱਖਿਆ ਲੈ ਕੇ ਅਗਵਾਈ ਦੇ ਨਾਲ, ਉਸ ਦੇ ਨਿਰਦੇਸ਼ਾਂ ਦੇ ਨਾਲ ਅੱਗੇ ਵਧਣ ਦਾ ਕਾਰਨ ਬਣੋ, ਤਾਂ ਕਿ ਪਰਮੇਸ਼ਰ ਦੀ ਆਸ਼ੀਸ਼ ਤੁਹਾਡੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਮਹਿਮਾ ਦਾ ਕਾਰਨ ਬਣੇ। ਇੱਥੇ ਦੂਸਰੀ ਗੱਲ ਕਹਿੰਦਾ, ਕਿਉਂ ਜੋ ਉਹ ਉਮਰ ਦੀ ਲੰਬਾਈ ਅਤੇ ਜਿਉਣ ਦੇ ਬਾਰੇ ਅਤੇ ਸ਼ਾਂਤੀ ਤੇਰੇ ਲਈ ਵਧਾਉਣਗੇ। ਦੇਖੋ ਕਿੰਨੀ ਵੱਡੀ ਗੱਲ ਹੈ। ਕਹਿੰਦਾ ਹੈ ਕਿਉਂ ਜੋ ਉਹ ਉਮਰ ਦੀ ਲੰਬਾਈ, ਜੇ ਮੈਂ ਪਰਮੇਸ਼ਰ ਦੀ ਤਾੜ ਨੂੰ ਆਪਣੇ ਵਿੱਚ ਐਕਸੈਪਟ ਕਰਦਾ ਹਾਂ ਤਾਂ ਮੇਰੇ ਵਿੱਚ ਜੀਵਨ ਆਉਂਦਾ ਹੈ। ਪਰ ਪਰਮੇਸ਼ਰ ਨੇ ਮੇਰੀ ਸਾਰੀ ਤਾੜ ਅਤੇ ਸਾਰਾ ਕ੍ਰੋਧ ਆਪਣੇ ਪੁੱਤਰ ਦੇ ਵਿੱਚ ਦੇ ਦਿੱਤਾ, ਜਿਸ ਦੇ ਨਾਲ ਮੇਰੀ ਉਮਰ ਮੈਨੂੰ ਕਿੱਦਾਂ ਦੀ ਮਿਲ ਗਈ? ਸਦਾ ਦਾ ਜੀਵਨ ਮਿਲ ਗਿਆ। ਇਹ ਖੁਸ਼ੀ ਦੀ ਗੱਲ ਨਹੀਂ, ਇਹ ਆਨੰਦ ਦੀ ਗੱਲ ਨਹੀਂ। ਮੇਰੇ ਉੱਤੇ ਜੋ ਤਾੜ ਆਣੀ ਸੀ, ਮੇਰੇ ਉੱਤੇ ਜੋ ਕਸ਼ਟ ਆਣਾ ਸੀ, ਮੇਰੇ ਉੱਤੇ ਜੋ ਪਰਮੇਸ਼ਰ ਦੀ ਸਜ਼ਾ ਆਣੀ ਸੀ, ਉਹ ਉਸਨੇ ਆਪਣੇ ਪੁੱਤਰ ਉੱਤੇ ਦੇ ਦਿੱਤੀ। ਕਾਹਦੇ ਲਈ? ਮੈਨੂੰ ਸਦਾ ਦਾ ਜੀਵਨ ਦੇਣ ਦੇ ਲਈ, ਅਮਰਤਾ ਦਾ ਜੀਵਨ ਦੇਣ ਦੇ ਲਈ। ਫਿਰ ਉਹ ਕੀ ਕਹਿੰਦਾ? ਜਿਉਣ ਦੇ ਬਾਰੇ, ਇਸ ਦੇ ਵਿੱਚ ਮੈਨੂੰ ਜੀਵਨ ਜੀਣ ਦੇ ਲਈ ਬਲ ਵੀ ਮਿਲਿਆ, ਮੈਨੂੰ ਤਾਕਤ ਮਿਲੀ ਹੈ। ਤੇਰਾ ਵਚਨ ਮੇਰੀ ਤਾਕਤ ਹੈ, ਮੇਰੀ ਸ਼ਕਤੀ ਹੈ। ਮੈਂ ਬੱਚਿਆਂ ਨੂੰ ਗਾਣਾ ਸਿਖਾਉਂਦਾ ਹੁੰਦਾ, ਬਾਈਬਲ ਮੇਰਾ ਭੋਜਨ ਹੈ, ਪ੍ਰਾਰਥਨਾ ਮੇਰੀ ਸ਼ਕਤੀ ਹੈ। ਇਹ ਪਰਮੇਸ਼ਰ ਦੇ ਵਚਨ ਦੇ ਨਾਲ, ਉਸ ਦੀ ਤਾੜ ਦੇ ਨਾਲ ਹੈ। ਬਾਈਬਲ ਦੇ ਵਿੱਚ ਲਿਖਿਆ ਹੈ, ਇਸੇ ਬਾਈਬਲ ਦੇ ਵਿੱਚ ਜਦੋਂ ਮੈਂ ਇਬਰਾਨੀਆਂ ਦੀ ਪੁਸਤਕ ਉਸਦਾ 6 ਨੂੰ ਪੜ੍ਹਦਾ, ਕੀ ਕਹਿੰਦਾ? ਕਹਿੰਦਾ ਹੈ ਕਿਉਂ ਜੋ ਜਿਹਦੇ ਨਾਲ ਪਿਆਰ ਕਰਦਾ ਪ੍ਰਭੂ ਉਸ ਨੂੰ ਤਾੜਦਾ, ਪਰ ਹਰੇਕ ਪੁੱਤਰ ਜਿਹਨੂੰ ਉਹ ਤਾੜਦਾ ਕਬੂਲ ਕਰਦਾ ਤੇ ਕੋੜੇ ਮਾਰਦਾ। ਇਹਦਾ ਮਤਲਬ ਇੱਥੇ ਇੱਕ ਚੀਜ਼ ਹੈ, ਪਰਮੇਸ਼ਰ ਮੇਰੇ ਨਾਲ ਪਿਆਰ ਕਰਦਾ ਹੈ। ਇੱਥੇ ਇੱਕ ਗੱਲ ਹੈ, ਪਰਮੇਸ਼ਰ ਮੈਨੂੰ ਚਾਹੁੰਦਾ ਹੈ, ਪਰਮੇਸ਼ਰ ਮੇਰੇ ਨਾਲ ਲਿਪਟਦਾ ਹੈ ਕਿ ਮੈਂ ਉਸ ਵਿੱਚ ਵਧਾਂ, ਉਸ ਦੀ ਮਹਿਮਾ ਦਾ ਕਾਰਨ ਬਣਾ, ਉਸ ਦੀ ਉਸਤਤ ਦਾ ਕਾਰਨ ਬਣਾ। ਪਰ ਬਾਈਬਲ ਦੇ ਵਿੱਚ 8 ਆਇਤ ਦੇ ਵਿੱਚ ਇੱਕ ਹੋਰ ਗੱਲ ਲਿਖੀ ਹੈ, ਉਹ ਮੈਂ ਆਪਦੇ ਲਈ, ਪਰ ਜੇ ਤੁਸੀਂ ਤਾੜਨਾ ਬਿਨਾ ਰਹੇ ਜਿਹਦੇ ਵਿੱਚ ਸਭੋ ਸਾਂਝੀ ਹੋਏ ਹਨ, ਤਾਂ ਤੁਸੀਂ ਪੁੱਤਰ ਨਹੀਂ ਸਗੋਂ ਹਰਾਮ ਦੇ ਹੋ। ਜੇ ਮੇਰਾ ਬੱਚਾ ਮੈਂ ਉਹਨੂੰ ਤਾੜ ਰਿਹਾ, ਇਹਦਾ ਮਤਲਬ ਮੇਰਾ ਹੈ, ਮੈਂ ਉਹਨੂੰ ਤਾੜ ਰਿਹਾ। ਪਰਮੇਸ਼ਰ ਮੈਨੂੰ ਮੇਰਾ ਆਪਣਾ ਕਰਕੇ ਸਵੀਕਾਰ ਕਰ ਰਿਹਾ ਹੈ, ਕਿਉਂਕਿ ਉਸਨੇ ਅਡਾਪਟ ਕਰ ਲਿਆ ਹੈ ਮਸੀਹ ਯਿਸੂ ਦੇ ਵਿੱਚ। ਜੇ ਅਡਾਪਟ ਕਰ ਲਿਆ ਤਾਂ ਮੈਨੂੰ ਤਾੜਦਾ ਹੈ, ਇਹ ਮੇਰੇ ਲਈ ਆਨੰਦ ਦੀ ਗੱਲ ਹੈ, ਕਿਉਂਕਿ ਉਸਨੇ ਮੈਨੂੰ ਆਪਣਾ ਬਣਾ ਲਿਆ ਹੈ, ਮੈਨੂੰ ਸਵਰਗ ਰਾਜ ਦੇ ਲਈ ਚੁਣ ਲਿਆ ਹੈ, ਮੈਨੂੰ ਉਸਦੇ ਲਈ ਠਹਿਰਾਇਆ ਹੈ। ਜਿਸ ਨੇ ਮੈਨੂੰ ਉਸਦੇ ਲਈ ਠਹਿਰਾਇਆ ਹੈ, ਜਿਸ ਨੇ ਮੈਨੂੰ ਉਸ ਜਗ੍ਹਾ ਦੇ ਲਈ ਨਿਯੁਕਤ ਕੀਤਾ ਹੈ, ਉਸ ਦਾ ਅਧਿਕਾਰ ਹੈ ਕਿ ਉਹ ਮੈਨੂੰ ਤਾੜੇ। ਕਾਹਦੇ ਲਈ? ਕਿਸ ਗੱਲ ਦੇ ਲਈ? ਕਿ ਮੈਂ ਸਿੱਧ ਹੋ ਕੇ ਉਸ ਰਾਜ ਦੇ ਵਿੱਚ ਉਹਦੀ ਮਹਿਮਾ ਦਾ ਪਾਤਰ ਬਣ ਕੇ ਪਹੁੰਚਾਂ। ਸਿੱਧ ਹੋ ਕੇ ਮੈਂ ਸਮਝਦਾ ਹਾਂ, ਜਦੋਂ ਸੁਨਿਆਰ ਸੋਨੇ ਦੇ ਉੱਤੇ ਆਪਣੀ ਅੱਗ ਬਾਰ-ਬਾਰ ਮਾਰਦਾ ਹੈ ਅਤੇ ਉਸ ਦੀ ਕਾਲਖ ਨੂੰ ਬਾਹਰ ਕੱਢਦਾ ਹੈ, ਕਾਹਦੇ ਲਈ? ਕਿ ਸੋਨਾ ਖਾਲਸ ਅਤੇ ਸ਼ੁੱਧ ਮੇਰੇ ਕੋਲ ਪਹੁੰਚੇ। ਇਹ ਪਿਤਾ ਦੀ ਤਾੜ, ਇਹ ਪਰਮੇਸ਼ਵਰ ਦਾ ਝੜਕਣਾ ਮੇਰੇ ਲਈ ਸਿੱਧ ਬਣਨਾ ਅਤੇ ਸਿੱਧਤਾ ਵੱਲ ਜਾਣਾ ਹੈ।
ਕੀ ਅਸੀਂ ਇਸ ਨੂੰ ਸਵੀਕਾਰ ਕਰਦੇ ਹਾਂ? ਇੱਥੇ ਮੇਰੇ ਲਈ ਉਹ ਸ਼ਾਂਤੀ ਹੈ, ਮੇਰੇ ਲਈ ਉਹ ਸ਼ਾਂਤੀ ਦਾ ਪਲ ਹੈ। ਬਾਈਬਲ ਦੇ ਵਿੱਚ ਅੱਗੇ ਕਹਿੰਦਾ ਹੈ, ਦਇਆ ਅਤੇ ਸੱਚਾਈ ਤੈਨੂੰ ਨਾ ਛੱਡਣਗੇ, ਉਹਨਾਂ ਨੂੰ ਤੂੰ ਆਪਣੇ ਗਲੇ ਦੇ ਦੁਆਲੇ ਬੰਨ੍ਹ ਲੈ ਅਤੇ ਉਹਨਾਂ ਨੂੰ ਆਪਣੀ ਮਨ ਦੀ ਮਤਲਬ ਆਪਣੇ ਦਿਲ ਦੀ ਤਖਤੀ ਉੱਤੇ ਲਿਖ ਲੈ। ਜੇ ਮੈਂ ਸੁਧਰਿਆ, ਮੈਂ ਇੱਕ ਗੱਲ ਆਪ ਨੂੰ ਦੱਸਣਾ ਚਾਹੁੰਦਾ ਹਾਂ, ਜਿੱਦਣ ਮੈਂ ਪ੍ਰਭੂ ਯਿਸੂ ਮਸੀਹ ਨੂੰ ਸਵੀਕਾਰ ਕੀਤਾ, ਮੈਂ ਇਹ ਆਪਣੇ ਦਿਲ ਵਿੱਚ ਲਿਖ ਲਿਆ। ਕੀ ਲਿਖ ਲਿਆ? ਕਿ ਹੁਣ ਤੋਂ ਤੂੰ ਮੇਰਾ ਪਿਤਾ ਹੈ, ਜਿੱਥੇ ਵੀ ਤੂੰ ਲੈ ਕੇ ਜਾਊਂਗਾ ਮੈਂ ਉਸ ਰਜਾ ਦੇ ਵਿੱਚ ਖੁਸ਼ ਹਾਂ। ਚਾਹੇ ਮੇਰੇ ਦੁਨੀਆ ਦੇ ਮਾਤਾ ਪਿਤਾ ਨੇ ਮੈਨੂੰ ਛੱਡ ਦਿੱਤਾ, ਮੇਰੇ ਰਿਸ਼ਤੇਦਾਰ ਸਕੇ ਸੰਬੰਧੀਆਂ ਨੇ ਛੱਡ ਦਿੱਤਾ, ਪਰ ਮੇਰੇ ਪਰਮੇਸ਼ਵਰ ਨੇ, ਜਿਸ ਨੇ ਮੇਰੇ ਲਈ ਸਾਰਾ ਕੁਝ ਸਿਆ ਤਾੜ ਸਹੀ ਅਤੇ ਅੱਜ ਮੈਨੂੰ ਤਾੜ ਕਰਦਾ ਹੈ ਕਿ ਮੈਂ ਸਿੱਧਤਾ ਦੇ ਨਾਲ ਉਹਦੇ ਰਾਜ ਵਿੱਚ ਪਹੁੰਚਾਂ, ਉਸ ਜਗ੍ਹਾ ਦੇ ਉੱਤੇ ਜਾਵਾਂ। ਉਹ ਮੇਰਾ ਸੱਚਾ ਪਿਤਾ ਹੈ। ਉਹ ਮੈਨੂੰ ਹਮੇਸ਼ਾ ਚਾਹੁੰਦਾ ਹੈ ਕਿ ਮੈਂ ਸਿੱਧ, ਮੇਰਾ ਨਾਮ ਖਰਾਬ ਨਾ ਹੋਵੇ, ਇਸ ਲਈ ਉਹ ਮੈਨੂੰ ਤਾੜਦਾ ਹੈ। ਮੇਰੇ ਨਾਮ ਦੇ ਪਿੱਛੇ ਧੱਬਾ ਨਾ ਲੱਗੇ, ਇਸ ਲਈ ਉਹ ਮੈਨੂੰ ਆਪਣਾ ਝਿੜਕਦਾ ਹੈ। ਜਿਹੜਾ ਵਿਅਕਤੀ ਝਿੜਕ ਤੋਂ ਨੱਠ ਜਾਂਦਾ ਹੈ, ਜਿਹੜਾ ਵਿਅਕਤੀ ਝਿੜਕ ਤੋਂ ਨਾਰਾਜ਼ ਹੋ ਜਾਂਦਾ ਹੈ, ਜਿਹੜਾ ਵਿਅਕਤੀ ਝਿੜਕ ਨੂੰ ਆਪਣੇ ਜੀਵਨ ਦੇ ਵਿੱਚ ਸ਼ਰਮਿੰਦਗੀ ਸਮਝਦਾ ਹੈ, ਮੈਂ ਸਮਝਦਾ ਹਾਂ ਕਿ ਉਹ ਪਰਮੇਸ਼ਵਰ ਦੀ ਆਸ਼ੀਸ਼ ਨਹੀਂ ਪਾ ਸਕਦਾ। ਝਿੜਕ ਨੂੰ ਆਪਣੇ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਸੁਧਾਰ ਦਾ ਕਾਰਨ ਸਮਝੋ। ਝਿੜਕ ਨੂੰ ਆਪਣੇ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਸਿੱਖਿਆ ਦਾ ਕਾਰਨ ਸਮਝੋ। ਝਿੜਕ ਨੂੰ ਆਪਣੇ ਜੀਵਨ ਦੇ ਵਿੱਚ ਪਰਮੇਸ਼ਵਰ ਦੇ ਨਿਰਦੇਸ਼ ਸਮਝੋ। ਝਿੜਕ ਨੂੰ ਆਪਣੇ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਅਗਵਾਈ ਸਮਝੋ। ਕੀ ਅਸੀਂ ਇਹ ਕਰ ਰਹੇ ਹਾਂ? ਮੈਂ ਯਾਦ ਕਰਦਾ ਹਾਂ, ਜਦੋਂ ਬਿਲਾਮ ਇਸਰਾਈਲੀਆਂ ਨੂੰ ਸ਼ਰਾਪ ਦੇਣ ਦੇ ਲਈ ਬਾਲਾਕ ਰਾਜਾ ਦੇ ਕੋਲ ਜਾ ਰਿਹਾ ਸੀ, ਤਾਂ ਰਸਤੇ ਦੇ ਵਿੱਚ ਉਹ ਗਧੀ ਰੁਕ ਗਈ। ਉਹ ਜਿਸ ਛੋਟੀ ਜਿਹੀ ਗਲੀ ਦੇ ਵਿੱਚੋਂ ਨਿਕਲਣਾ ਚਾਹੁੰਦਾ ਸੀ, ਰੁਕ ਗਈ। ਔਰ ਉਸ ਜਗ੍ਹਾ ਦੇ ਉੱਤੇ ਉਸਨੇ ਗਧੀ ਨੂੰ ਬਹੁਤ ਮਾਰਿਆ। ਜਦੋਂ ਗਧੀ ਨੂੰ ਮਾਰ ਰਿਹਾ ਸੀ, ਤਾਂ ਗਧੀ ਦੀ ਪਰਮੇਸ਼ਵਰ ਨੇ ਜ਼ਬਾਨ ਖੋਲ ਦਿੱਤੀ। ਕਾਹਦੀ ਜ਼ਬਾਨ ਖੋਲ ਦਿੱਤੀ? ਜਿਸ ਭਾਸ਼ਾ ਦੇ ਵਿੱਚ ਉਹ ਆਪਣੇ ਆਪ ਨੂੰ ਸਮਝਦਾ ਸੀ, ਜਿਸ ਭਾਸ਼ਾ ਨੂੰ ਉਹ ਜਾਣ ਸਕਦਾ ਸੀ, ਉਸ ਭਾਸ਼ਾ 'ਚ ਬੋਲੀ, ਤੂੰ ਮੈਨੂੰ ਕਿਉਂ ਮਾਰ ਰਿਹਾ, ਕਿਉਂ ਸਤਾ ਰਿਹਾ? ਜਦੋਂ ਉਸਨੇ ਇਹ ਆਵਾਜ਼ ਨੂੰ ਸੁਣਿਆ ਅਤੇ ਉਸ ਨੂੰ ਸਾਹਮਣੇ ਪਰਮੇਸ਼ਵਰ ਦਾ ਦੂਤ ਦਿਖਿਆ, ਬਲੀ, ਜਿਹੜਾ ਉਹਨੂੰ ਮਾਰਨ ਦੇ ਲਈ ਖੜਾ ਸੀ, ਤਦ ਉਸਨੇ ਆਪਣੇ ਜੀਵਨ ਦੇ ਵਿੱਚ ਉਸ ਵੇਲੇ क्षमाशील होया। वो गधी का बोलना, वो गधी का अपना उस जगह के उत्ते रुकना उस दे लई जीवन का कारण बन गया। पर बचिया नहीं, क्योंकि वो परमेश्वर के लोगों के लिए फिर गलत रास्ते के उत्ते गया। परमेश्वर ने उत्थे उसकी अगवाई के लिए गधी की जबान खोली कि तू मुड़ जा, पर वो मुड़िया नहीं। उन्हें की किया? वो उस गलत रास्ते के उत्ते गया, इसलिए बलाक मर गया। प्यारो, परमेश्वर की ताड़ मेरे जीवन दे विच कई बार कई समय दे विच मेरे जीवन नू अजिहे रास्ते विच लैके जाण नू हुंदी है जिथे मेरे जीवन दे विच परमेश्वर द्वारा कीता होया सम्मान हुंदा है, मेरे जीवन दे विच परमेश्वर द्वारा दिता होया आदर सत्कार दा राह हुंदा है। की असी अपने जीवन दे विच परमेश्वर की ताड़ नू लै रहे हैं या उस तो असी भज रहे हैं? बहुत सारे लोग है जिन्होंने परमेश्वर ने ताड़िया, परमेश्वर तो पिछे भज गए, वो परमेश्वर दे नाल नहीं चले। बहुत सारे परमेश्वर दे अजिहे सेवक है
ਜਿਨ੍ਹਾਂ ਨੇ ਪਰਮੇਸ਼ਰ ਦੀ ਤਾੜ ਪਾਈ ਅਤੇ ਪਰਮੇਸ਼ਰ ਕੋਲੋਂ ਆਦਰ ਅਤੇ ਸਤਿਕਾਰ ਦਾ ਜੀਵਨ ਪ੍ਰਾਪਤ ਕੀਤਾ। ਜਿਨ੍ਹਾਂ ਵਿੱਚੋਂ ਮੈਂ ਸਮਝਦਾ ਹਾਂ ਕਿ ਪਤਰਸ, ਜਿਸ ਨੂੰ ਪਰਮੇਸ਼ਰ ਨੇ ਝਿੜਕਿਆ, ਐ ਸ਼ੈਤਾਨ ਤੂੰ ਮੇਰੇ ਤੋਂ ਦੂਰ ਹੋ ਜਾ। ਕਿਉਂ? ਕਿਉਂਕਿ ਤੂੰ ਮੇਰੇ ਰਸਤੇ 'ਚ ਰੁਕਾਵਟ ਬਣ ਰਿਹਾ ਹੈ। ਸੇਵਾ ਪਰਮੇਸ਼ਰ ਦੀ ਭਾਵਨਾਤਮਕ ਤਰੀਕੇ ਨਾਲ ਨਹੀਂ ਕੀਤੀ ਜਾ ਸਕਦੀ ਹੈ। ਪਤਰਸ ਪ੍ਰਭੂ ਯਿਸੂ ਮਸੀਹ ਦੇ ਨਾਲ ਭਾਵਨਾਤਮਕ ਤਰੀਕੇ ਦੇ ਨਾਲ ਉਸ ਸੇਵਾ ਦੇ ਵਿੱਚ ਚੱਲ ਰਿਹਾ ਸੀ ਅਤੇ ਭਾਵਨਾਤਮਕ ਤਰੀਕੇ ਦੇ ਨਾਲ ਸੇਵਾ ਨੂੰ ਕਰਨ ਦੇ ਲਈ ਹੱਥ ਕੰਡੇ ਅਪਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਪ੍ਰਭੂ ਯਿਸੂ ਮਸੀਹ ਨੇ ਉੱਥੇ ਸਾਫ਼ ਝਿੜਕ ਦਿੱਤਾ ਕਿ ਇਹ ਮੇਰੀ ਸੇਵਾ ਭਾਵਨਾਤਮਕ ਤਰੀਕੇ ਦੇ ਨਾਲ ਨਹੀਂ, ਇਹ ਜਿਹੜੀ ਮੇਰੀ ਸੇਵਾ ਹੈ ਇਹ ਆਤਮਿਕਤਾ ਦੇ ਨਾਲ ਹੈ, ਧਾਰਮਿਕਤਾ ਦੇ ਨਾਲ ਹੈ, ਪਰਮੇਸ਼ਰ ਦੀ ਸੱਚਾਈ ਦੇ ਨਾਲ ਹੈ। ਇਸ ਦੇ ਵਿੱਚ ਜੇ ਪਰਮੇਸ਼ਰ ਨੇ ਮੈਨੂੰ ਕਿਹਾ ਹੈ ਕਿ ਤੈਨੂੰ ਮੌਤ ਦੇ ਰਾਸਤੇ ਦੇ ਉੱਤੇ ਚੱਲਣਾ ਹੈ ਤਾਂ ਚੱਲਣਾ ਹੈ, ਤੂੰ ਉਸ ਨੂੰ ਰੋਕ ਨਹੀਂ ਸਕਦਾ। ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਮੇਰਾ ਮਰਨਾ ਤੁਹਾਡੇ ਲਈ ਜ਼ਰੂਰੀ ਹੈ। ਪਤਰਸ ਕਹਿੰਦਾ ਨਾ 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 ਪ੍ਰਭੂ, ਏਦਾਂ ਮੂੰਹ ਚੋਂ ਨਾ ਕੱਢ। ਇਹਦਾ ਮਤਲਬ ਸੇਵਾ ਦੇ ਵਿੱਚ ਭਾਵਨਾਤਮਕ ਤਰੀਕੇ ਦੇ ਨਾਲ ਰੁਕਾਵਟ ਦਾ ਕਾਰਨ ਬਣਨਾ। ਇਸ ਲਈ ਪਿਆਰੋ, ਪਰਮੇਸ਼ਰ ਜੇ ਮੈਨੂੰ ਬੁਲਾਇਆ ਹੈ, ਪਰਮੇਸ਼ਰ ਜੇ ਮੇਰੀ ਤਾੜਨਾ ਕਰਦਾ ਹੈ, ਤਾਂ ਉਹ ਆਨੰਦ ਦੀ ਗੱਲ ਹੈ ਮੇਰੇ ਜੀਵਨ ਦੇ ਵਿੱਚ ਅਗਵਾਈ ਦੇ ਲਈ। ਔਰ ਜਿੱਥੇ ਪਰਮੇਸ਼ਰ ਮੇਰੀ ਤਾੜ ਕਰਦਾ ਹੈ, ਜਿੱਥੇ ਉਸਨੇ ਮੇਰੀ ਤਾੜ ਕੀਤੀ, ਉਹਨੂੰ ਮੈਂ ਲਿਖ ਲਿਆ। ਮੈਂ ਹਮੇਸ਼ਾ ਜਦੋਂ ਐਤਵਾਰ ਦਾ ਦਿਨ ਆਉਂਦਾ ਹੈ ਤਾਂ ਮੈਂ ਬੜਾ ਖੁਸ਼ ਹੁੰਦਾ, ਆਨੰਦ ਹੁੰਦਾ ਹਾਂ। ਤੁਸੀਂ ਖੁਸ਼ ਹੁੰਦੇ ਹੋ ਜਾਂ ਨਹੀਂ ਮੈਨੂੰ ਨਹੀਂ ਪਤਾ, ਲੇਕਿਨ ਮੇਰੇ ਲਈ ਬਹੁਤ ਆਨੰਦ ਦੀ ਗੱਲ ਹੁੰਦੀ ਹੈ। ਕਿਉਂ? ਕਿਉਂਕਿ ਇੱਕ ਤਾਂ ਪਰਮੇਸ਼ਰ ਦੇ ਕੋਲ ਮਿਲਣ ਦਾ ਟਾਈਮ ਹੁੰਦਾ ਹੈ, ਇੱਕ ਪਰਮੇਸ਼ਰ ਦੇ ਕੀਤੇ ਹੋਏ ਕੰਮਾਂ ਦਾ ਧੰਨਵਾਦ ਕਰਨ ਦਾ ਸਮਾਂ ਹੁੰਦਾ ਹੈ, ਇੱਕ ਪਰਮੇਸ਼ਰ ਦੇ ਨਾਲ ਪਰਮੇਸ਼ਰ ਦੀਆਂ ਭਲਾਈਆਂ ਨੂੰ ਜੋ ਉਸਨੇ ਮੇਰੇ ਜੀਵਨ ਦੇ ਵਿੱਚ ਕੀਤੀਆਂ ਹੈ ਉਸ ਦੇ ਪ੍ਰਤੀ ਉਸਦਾ ਸ਼ੁਕਰਾਨਾ ਕਰਨ ਦਾ ਸਮਾਂ ਹੁੰਦਾ ਹੈ। ਮੈਂ ਉਸ ਵੇਲੇ ਬੜਾ ਡਾਢਾ ਆਨੰਦ ਹੁੰਦਾ। ਮੈਂ ਉਸ ਦੇ ਵਿੱਚ ਇਹ ਗੱਲ ਜ਼ਰੂਰ ਕਹਿੰਦਾ ਹਾਂ ਧੰਨਵਾਦ ਕਰਦਿਆਂ ਹੋਇਆਂ ਕਿ ਪ੍ਰਭੂ ਤੇਰਾ ਧੰਨਵਾਦ, ਜਿੱਥੇ ਮੈਂ ਗਿਰਿਆ ਤੂੰ ਮੇਰੀ ਤਾੜਨਾ ਕੀਤੀ। ਆਈ ਐਮ ਬਲੈਸਡ। ਮੈਂ ਤੇਰੀ ਉਸ ਤਾੜਨਾ ਦੇ ਨਾਲ ਆਸ਼ੀਸ਼ਿਤ ਮੈਂ ਹੋਇਆ। ਚਾਹੇ ਉਹ ਤਾੜਨਾ ਮੈਨੂੰ ਕਿਸੇ ਛੋਟੇ ਬੱਚੇ ਤੋਂ ਵੀ ਮਿਲੀ ਹੈ, ਮੈਂ ਉਸ ਦੇ ਲਈ ਆਨੰਦਿਤ ਹਾਂ। ਮੈਂ ਤੂੰ ਮੈਨੂੰ ਕਿਉਂ ਝਟਕ ਰਿਹਾ? ਗਲਤ। ਪਰਮੇਸ਼ਰ ਮੇਰੇ ਜੀਵਨ ਨੂੰ ਸਿੱਧ ਬਣਾਉਣ ਦੇ ਲਈ ਉਸਨੇ ਤਾੜਨਾ ਦਾ ਇਹ ਪਲ ਮੇਰੇ ਜੀਵਨ ਦੇ ਵਿੱਚ ਰੱਖਿਆ ਹੈ। ਉਹ ਆਪ ਦੇ ਜੀਵਨ ਦੇ ਵਿੱਚ ਰੱਖਿਆ। ਉਸ ਤਾੜਨਾ ਨੂੰ ਸਵੀਕਾਰ ਕਰੋ, ਖੁਸ਼ੀ ਦੇ ਨਾਲ ਸਵੀਕਾਰ ਕਰੋ। ਕਸ਼ਟ ਜ਼ਰੂਰ ਹੁੰਦਾ ਹੈ, ਦੁੱਖ ਜ਼ਰੂਰ ਹੁੰਦਾ ਹੈ, ਪਰ ਉਹ ਸਿੱਧਤਾ ਦੇ ਲਈ ਹੁੰਦਾ ਹੈ। ਉਹ ਮੈਨੂੰ ਪਰਮੇਸ਼ਰ ਦੇ ਵਿੱਚ ਭਰਪੂਰ ਅਤੇ ਸੰਪੂਰਨ ਬਣਨ ਦੇ ਲਈ ਹੁੰਦਾ ਹੈ। ਉਸ ਤੋਂ ਦੂਰ ਨਾ ਭੱਜੋ। ਪਰਮੇਸ਼ਰ ਦੀ ਤਾੜ ਨੂੰ ਆਪਣੇ ਜੀਵਨ ਦੇ ਵਿੱਚ ਆਸ਼ੀਸ਼ ਦਾ ਕਾਰਨ ਸਮਝੋ। ਕੱਲ ਫੇਰ ਮੈਂ ਪ੍ਰਭੂ ਦੀ ਤਾੜ ਦੇ ਉੱਤੇ ਦੁਬਾਰਾ ਆਪ ਦੇ ਨਾਲ ਗੱਲ ਕਰਾਂਗਾ। ਹੁਣ ਤੱਕ ਜੋ ਪ੍ਰਭੂ ਨੇ ਮੈਨੂੰ ਸਿੱਖਣ ਦੇ ਲਈ ਮਦਦ ਕੀਤੀ ਹੈ ਪ੍ਰਭੂ ਦੀ ਤਾੜ ਦੇ ਵਿੱਚ, ਉਹ ਹੈ ਸਿਖਲਾਈ, ਉਹ ਹੈ ਅਗਵਾਈ, ਉਹ ਹੈ ਨਿਰਦੇਸ਼, ਔਰ ਉਸ ਦੇ ਉੱਤੇ ਹੈ ਪ੍ਰਭੂ ਦੇ ਉੱਤੇ ਭਰੋਸਾ ਰੱਖਣਾ। ਕੱਲ ਫਿਰ ਮੈਂ ਇਸੇ ਦੇ ਨਾਲ ਆਪ ਦੇ ਨਾਲ ਰੂਬਰੂ ਹੋਵਾਂਗਾ। ਪ੍ਰਭੂ ਤਦ ਤੱਕ ਦੇ ਲਈ ਆਪ ਨੂੰ ਇਸ ਵਚਨ ਦੇ ਨਾਲ ਸਮਝਣ ਅਤੇ ਸਿੱਖਣ ਦੇ ਲਈ ਮਦਦ ਕਰੇ। ਸਾਰਿਆਂ ਨੂੰ ਜੈ ਮਸੀਹ ਦੀ। ਪ੍ਰਭੂ ਹਮੇਸ਼ਾ ਆਪ ਦੇ ਨਾਲ ਹੋਵੇ। ਮਾਰਾਨਾਥਾ।